जय हिंद। अज ਆਪਾਂ जमात 8वीं ਦੀ ਪ੍ਰੈਕਟਿਸ ਸ਼ੀਟ ਨੰਬਰ 13 ਕਰਨ ਜਾ ਰਹੇ ਹਾਂ। ਪਾਠ ਦਾ ਨਾਮ ਹੈ ਧੁਨੀ ਸਾਊਂਡ। ਕੁਐਸਚਨ ਪਹਿਲਾ, ਸੰਗੀਤ ਸਾਜ਼ਾਂ ਨੂੰ ਵਜਾਉਣ ਨਾਲ ਕਿਸ ਕਿਸਮ ਦੀ ਊਰਜਾ ਪੈਦਾ ਹੁੰਦੀ ਹੈ? ਤਾਂ ਕੋਈ ਵੀ ਸੰਗੀਤ ਸਾਜ਼ ਮਿਊਜ਼ੀਕਲ ਇਨਸਟਰੂਮੈਂਟ ਹੋਵੇ ਜਿਵੇਂ ਕਿ ਡਰਮਸ, ਗਿਟਾਰ, ਤਬਲਾ, ਢੋਲ, ਇਹਨਾਂ ਸਾਰਿਆਂ ਨੂੰ ਵਜਾਉਣ ਦੇ ਨਾਲ ਇੱਕ ਸਾਊਂਡ એનર્ਜੀ ਬਣਦੀ ਹੈ ਤੇ ਸਾਊਂਡ એનર્ਜੀ ਨੂੰ ਪੰਜਾਬੀ 'ਚ ਆਪਾਂ ਧੁਨੀ ਊਰਜਾ ਦਾ ਨਾਮ ਦਿੰਨੇ ਹੈਗੇ। ਤਾਂ ਆਪਸ਼ਨ ਊੜਾ ਸਹੀ ਹੋ ਜਾਏਗਾ ਤੁਹਾਡੇ ਫਸਟ ਕੁਐਸਚਨ ਦਾ। ਕੁਐਸਚਨ ਦੂਜਾ, ਇੱਕ ਲੜਕਾ ਖਿੱਚੇ ਹੋਏ ਰਬੜ ਬੈਂਡ ਨੂੰ ਟੁਣਕਾਰਦਾ ਹੈ। ਇਹ ਰਬੜ ਖੱਬੇ ਸੱਜੇ ਜਾਂ ਉੱਪਰ ਥੱਲੇ ਗਤੀ ਕਰਦੀ ਹੈ। ਇਸ ਗਤੀ ਨੂੰ ਕੀ ਕਹਿੰਦੇ ਆ ਪੁੱਛਿਆ ਗਿਆ। ਤਾਂ ਜਦੋਂ ਕੋਈ ਖਿੱਚੇ ਹੋਏ ਰਬੜ ਬੈਂਡ ਨੂੰ ਆਪਾਂ ਡਿਸਟਰਬ ਕਰਦੇ ਆ ਜਾਂ ਟੁਣਕਾਰਦੇ ਆ ਤਾਂ ਜੋ ਵੀ ਉਹਦੀ ਮੂਵਮੈਂਟ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਫਾਸਟ ਸਪੀਡ ਤੇ ਹੁੰਦੀ ਹੈ। ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ ਵਾਈਬ੍ਰੇਸ਼ਨ, ਪੰਜਾਬੀ ਦੇ ਵਿੱਚ ਇਹਦਾ ਨਾਮ ਦਿੱਤਾ ਗਿਆ ਕੰਪਨ ਦਾ। ਤਾਂ ਆਪਸ਼ਨ ਊੜਾ ਸਹੀ ਹੋ ਜਾਏਗਾ ਤੁਹਾਡੇ ਦੂਜੇ ਕੁਐਸਚਨ ਦਾ। ਕੁਐਸਚਨ ਤੀਜਾ, ਮੀਨਾ ਨੇ ਪੜਿਆ ਕਿ ਮਨੁੱਖੀ ਕੰਨ ਹਰੇਕ ਆਵਿਰਤੀ ਦੀ ਧੁਨੀ ਨਹੀਂ ਸੁਣ ਸਕਦਾ। ਤਾਂ ਮਨੁੱਖੀ ਕੰਨ ਦੀ ਸੁਣਨ ਯੋਗ ਰੇਂਜ ਕੀ ਹੁੰਦੀ ਹੈ ਪੁੱਛਿਆ ਗਿਆ ਤੇ ਇੱਥੇ ਆਵਿਰਤੀ ਦੀ ਗੱਲ ਕੀਤੀ ਗਈ ਹੈ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਫ੍ਰੀਕੁਐਂਸੀ ਦਾ ਨਾਮ ਦੇ ਦਿੰਨੇ ਆ ਤੇ ਹਰ ਇੱਕ ਫ੍ਰੀਕੁਐਂਸੀ ਦੀ ਸਾਊਂਡ ਅਲੱਗ ਹੁੰਦੀ ਹੈ ਤੇ ਇਹਨੂੰ ਹਰਟਸ ਯੂਨਿਟ ਦੇ ਵਿੱਚ ਮਾਪਿਆ ਜਾਂਦਾ ਜਿਹਨੂੰ HZ ਨਾਲ ਦਿਖਾਇਆ ਗਿਆ ਹੈਗਾ। ਤਾਂ ਦੇਖੋ ਇਹ ਇੱਕ ਐਪ ਹੈ ਫ੍ਰੀਕੁਐਂਸੀ ਜਨਰੇਟਰ, ਇਹਦੇ ਵਿੱਚ ਆਪਾਂ ਅਲੱਗ-ਅਲੱਗ ਫ੍ਰੀਕੁਐਂਸੀ ਦੀ ਸਾਊਂਡ ਬਣਾ ਸਕਦੇ ਹਾਂ। ਜਿਵੇਂ 20 ਹਰਟਸ ਦੀ ਫ੍ਰੀਕੁਐਂਸੀ ਤੋਂ ਉੱਤੇ ਜਾਂਦਾ ਸਾਊਂਡ ਤਾਂ ਮਨੁੱਖੀ ਕੰਨ ਉਸ ਨੂੰ ਸੁਣਨਾ ਸ਼ੁਰੂ ਕਰ ਸਕਦੇ ਨੇ। ਇਹਦੀ ਵੇਵ ਦਿਖਾਈ ਦੇ ਰਹੀ ਹੈ ਤੁਹਾਨੂੰ, ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ 132 ਹਰਟਸ ਦੀ ਫ੍ਰੀਕੁਐਂਸੀ ਦੀ ਆਵਾਜ਼ ਹੈ, ਇਹ ਤੁਹਾਨੂੰ ਦਿਖਾਈ ਦੇ ਰਹੀ ਹੈ। ਇੱਥੇ ਆਵਾਜ਼ 761 ਹਰਟਸ ਦੀ, ਇਹ ਤੁਹਾਡੇ ਕੋਲ 3196 ਹਰਟਸ ਦੀ ਹੈ। ਆਹ ਤੁਸੀਂ ਦੇਖ ਸਕਦੇ ਹੋ ਕਿ 12806 ਹਰਟਸ ਦੀ ਸਾਊਂਡ ਹੈ। ਇੱਕ ਜੋ ਚੀਜ਼ ਤੁਸੀਂ ਇੱਥੇ ਦੇਖੀ ਹੋਊਗੀ ਉਹ ਹੈ ਕਿ ਜਿਵੇਂ ਜਿਵੇਂ ਫ੍ਰੀਕੁਐਂਸੀ ਵੱਧਦੀ ਰਹਿੰਦੀ ਹੈ ਇਹਦੀ ਸਾਊਂਡ ਹੋਰ ਤਿੱਖੀ ਹੁੰਦੀ ਰਹਿੰਦੀ ਹੈ। ਅਗਰ ਆਪਾਂ ਵਾਪਸ ਚੱਲੀਏ, ਅਗਰ ਹੈੱਡਫੋਨ ਲਗਾਏ ਹੋਣ ਤਾਂ ਤੁਸੀਂ ਫੀਲ ਕਰ ਸਕਦੇ ਹੋ ਕਿ ਆਵਾਜ਼ ਬਹੁਤ ਘੱਟ ਫ੍ਰੀਕੁਐਂਸੀ ਦੀ ਹੈ। ਇਹ 616 ਹਰਟਸ ਦੀ ਫ੍ਰੀਕੁਐਂਸੀ ਹੈ ਤੇ ਅਗਰ ਆਪਾਂ ਅਚਾਨਕ 10,000 ਦੇ ਆਸ-ਪਾਸ ਚਲੇ ਜਾਈਏ, 13,000 ਦੇ, ਦੇਖੋ ਤਾਂ ਬਹੁਤ ਹੀ ਜ਼ਿਆਦਾ ਸ਼ਾਰਪ ਤਿੱਖੀ ਸਾਊਂਡ ਹੈ। ਅਗਰ ਆਪਾਂ ਇਹਨੂੰ ਵਧਾਉਂਦੇ ਹੋਏ 20,000 ਤੋਂ ਉੱਤੇ ਵਾਲੀ ਫ੍ਰੀਕੁਐਂਸੀ ਤੇ ਚਲੇ ਜਾਈਏ, ਜਿਵੇਂ ਇੱਥੇ 22,000 ਫ੍ਰੀਕੁਐਂਸੀ ਦੀ ਹੁਣ ਸਾਊਂਡ ਚੱਲ ਰਹੀ ਹੈ, ਤਾਂ ਇਹ ਆਪਾਂ ਨੂੰ ਬਿਲਕੁਲ ਵੀ ਸੁਣਾਈ ਨਹੀਂ ਦੇਣੀ ਕਿਉਂਕਿ ਮਨੁੱਖਾਂ ਦੀ ਜੋ ਲਿਸਨਿੰਗ ਰੇਂਜ ਹੁੰਦੀ ਹੈ, ਸੁਣਨ ਯੋਗ ਰੇਂਜ, ਉਹ 20 ਹਰਟਸ ਤੋਂ 20,000 ਹਰਟਸ ਦੇ ਵਿੱਚ ਹੀ ਹੁੰਦੀ ਹੈ। 20 ਹਰਟਸ ਤੋਂ ਘੱਟ ਆਪਾਂ ਨੂੰ ਨਹੀਂ ਸੁਣ ਸਕਦੀ ਤੇ 20,000 ਹਰਟਸ ਤੋਂ ਵੱਧ ਆਪਾਂ ਨੂੰ ਨਹੀਂ ਸੁਣ ਸਕਦੀ। ਤਾਂ ਆਪਸ਼ਨ ਊੜਾ ਸਹੀ ਹੋ ਜਾਏਗਾ ਤੁਹਾਡੇ ਥਰਡ ਕੁਐਸਚਨ ਦਾ। ਕੁਐਸਚਨ ਚੌਥਾ, ਰਾਧਾ ਨਾਰੀਅਲ ਦਾ ਖੋਖਲਾ ਖੋਲ ਲੈ ਕੇ ਇੱਕ ਤਾਰਾ ਨਾਮ ਦਾ ਇੱਕ ਸੁਰ ਤੰਤਰ ਬਣਾਉਂਦੀ ਹੈ, ਮਤਲਬ ਮਿਊਜ਼ੀਕਲ ਇਨਸਟਰੂਮੈਂਟ ਬਣਾਉਂਦੀ ਹੈ। ਇਸ ਸਾਜ਼ ਦਾ ਧੁਨੀ ਪੈਦਾ ਕਰਨ ਵਾਲਾ ਭਾਗ ਕਿਹੜਾ ਹੈ? ਇਹ ਤੁਹਾਡੇ ਕੋਲ ਇੱਕ ਤਾਰਾ ਦਿਖਾਇਆ ਹੋਇਆ ਹੈਗਾ ਕਿਉਂਕਿ ਇਹਦੇ ਵਿੱਚ ਇੱਕ ਤਾਰ ਲੱਗੀ ਹੁੰਦੀ ਹੈ। ਤੁਸੀਂ ਇੱਥੇ ਬਰੀਕ ਜੀ ਆ ਤਾਰ ਦੇਖ ਸਕਦੇ ਹੋ ਤੇ ਆ ਖੋਖਲੀ ਕੌਲੀ ਦੀ ਜਗ੍ਹਾ ਦੇ ਉੱਤੇ ਉਸਨੇ ਨਾਰੀਅਲ ਦਾ ਖੋਖਲਾ ਹਿੱਸਾ ਯੂਜ਼ ਕੀਤਾ ਸੀ। ਪਰ ਇਹ ਤਾਰ ਹੀ ਉਹ ਹਿੱਸਾ ਹੈ ਜਿਹਨੂੰ ਟੱਚ ਕਰਨ ਦੇ ਉੱਤੇ ਸਾਊਂਡ ਬਣਦਾ ਹੈ, ਧੁਨੀ ਪੈਦਾ ਹੁੰਦੀ ਹੈ। ਇਸ ਕਰਕੇ ਸਹੀ ਆਨਸਰ ਤਾਰ ਆਏਗਾ, ਆਪਸ਼ਨ ਆੜਾ ਚੌਥੇ ਕੁਐਸਚਨ ਦਾ। ਕੁਐਸਚਨ ਪੰਜਵਾਂ, ਵਿਜੇ ਓਮ ਸ਼ਬਦ ਦਾ ਉਚਾਰਨ ਕਰਦੇ ਹੋਏ ਆਪਣੇ ਸੰਗ ਨੂੰ ਛੂ ਕੇ ਦੇਖਦਾ ਹੈ ਅਤੇ ਕੰਪਨ ਮਹਿਸੂਸ ਕਰਦਾ ਹੈ। ਤਾਂ ਸੰਗ ਦਾ ਕਿਹੜਾ ਭਾਗ ਹੈ ਜੋ ਕੰਪਨ ਪੈਦਾ ਕਰਦਾ ਹੈ? ਇਹਦਾ ਕਾਰਨ ਹੈ ਕਿ ਆਪਣੇ ਗਲੇ ਵਿੱਚ ਜੋ ਅੰਗ ਹੁੰਦਾ ਹੈ ਉਸਨੂੰ ਆਪਾਂ ਵੌਇਸ ਬਾਕਸ ਕਹਿੰਦੇ ਆ, ਜਿੱਥੇ ਆਵਾਜ਼ ਬਣਦੀ ਹੈ। ਵੌਇਸ ਬਾਕਸ ਦੇ ਦੇਖੋ ਦੋ ਹਿੱਸੇ ਹੁੰਦੇ ਨੇ। ਇੱਥੇ ਤੁਹਾਨੂੰ ਵੌਇਸ ਬਾਕਸ ਓਪਨ ਦਿਖਾਈ ਦੇ ਰਿਹਾ ਤੇ ਇੱਥੇ ਬੰਦ ਹੁੰਦਾ ਦਿਖਾਈ ਦੇ ਰਿਹਾ ਅਗਲੀਆਂ ਦੋ ਫੋਟੋਜ਼ ਦੇ ਵਿੱਚ। ਇਹ ਜੋ ਸੈਂਟਰ ਦੇ ਸਲਿੱਟ ਹੈ ਇਹਦੇ ਵਿੱਚ ਦੀ ਹਵਾ ਜਦੋਂ ਲੰਘਦੀ ਹੈ ਤਾਂ ਇਹ ਦੋਨੇ ਹਿੱਸੇ ਵਾਈਬ੍ਰੇਟ ਕਰਦੇ ਨੇ, ਜੋ ਵਾਈਬ੍ਰੇਸ਼ਨ ਆਪਾਂ ਨੂੰ ਮਹਿਸੂਸ ਹੁੰਦੀ ਹੈ ਤੇ ਇਸ ਨਾਲ ਹੀ ਸਾਊਂਡ ਪ੍ਰੋਡਿਊਸ ਹੁੰਦਾ ਹੈ, ਆਵਾਜ਼ ਪ੍ਰੋਡਿਊਸ ਹੁੰਦੀ ਹੈ। ਇਹਨੂੰ ਪੰਜਾਬੀ ਦੇ ਵਿੱਚ ਆਪਾਂ ਵਾਕ ਤੰਤਰ ਵੀ ਕਹਿ ਦਿੰਦੇ ਹਾਂ। ਤਾਂ ਆਪਸ਼ਨ ਊੜਾ ਸਹੀ ਹੋ ਜਾਏਗਾ ਤੁਹਾਡੇ ਪੰਜਵੇਂ ਕੁਐਸਚਨ ਦਾ। ਕੁਐਸਚਨ 6ਵਾਂ, ਹੈਰੀ ਬੈਂਚ ਥਪਥਪਾਉਂਦਾ ਹੈ, ਪਾਣੀ ਦੇ ਪਿਆਲੇ ਵਿੱਚ ਘੰਟੀ ਵਜਾਉਂਦਾ ਹੈ ਤੇ ਹਵਾ ਵਿੱਚ ਉੱਚੀ ਚਿਰਲਾਉਂਦਾ ਹੈ। ਧੁਨੀ ਨੂੰ ਸੰਚਾਰ ਮਾਧਿਅਮ ਵਿੱਚ ਲੋੜ ਹੁੰਦੀ ਹੈ। ਇਹ ਇੱਕ ਕਲੀਅਰ ਫੈਕਟ ਹੈਗਾ। ਬਿਨਾਂ ਮੀਡੀਅਮ ਤੋਂ, ਬਿਨਾਂ ਮਾਧਿਅਮ ਤੋਂ ਸਾਊਂਡ ਹੈ ਜੋ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਨਹੀਂ ਜਾ ਸਕਦਾ। ਤਾਂ ਕੁਐਸਚਨ ਹੈ ਕਿ ਧੁਨੀ ਕਿਸ ਮਾਧਿਅਮ ਵਿੱਚ ਸਭ ਤੋਂ ਤੇਜ਼ ਸੰਚਾਰ ਕਰੇਗੀ? ਤਾਂ ਇੱਥੇ ਇੱਕ ਸਿੱਧਾ ਜਿਹਾ ਫੰਡਾ ਹੈ ਕਿ ਜਿੰਨਾ ਜ਼ਿਆਦਾ ਗਾੜਾ ਮੀਡੀਅਮ ਹੋਊ ਉਨੀ ਤੇਜ਼ ਸਾਊਂਡ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਜਾਊਗਾ। ਤਾਂ ਸਭ ਤੋਂ ਜ਼ਿਆਦਾ ਜਾਊਗਾ ਸੋਲਿਡ ਦੇ ਵਿੱਚ, ਉਸ ਤੋਂ ਘੱਟ ਸਪੀਡ ਹੋਊਗੀ ਸਾਊਂਡ ਦੀ ਲਿਕੁਇਡ 'ਚ ਤੇ ਸਭ ਤੋਂ ਘੱਟ ਸਪੀਡ ਹੋਊਗੀ ਸਾਊਂਡ ਦੀ ਗੈਸ ਦੇ ਵਿੱਚ। ਇੱਥੇ ਠੋਸ ਵਿੱਚ ਸਭ ਤੋਂ ਤੇਜ਼ ਸੰਚਾਰ ਕਰੇਗਾ, ਸਭ ਤੋਂ ਤੇਜ਼ ਮੂਵ ਕਰੇਗਾ ਸਾਊਂਡ, ਸਪੀਡ ਸਭ ਤੋਂ ਜ਼ਿਆਦਾ ਹੋਊਗੀ ਉੱਥੇ। ਤਾਂ ਆਪਸ਼ਨ ਊੜਾ ਸਹੀ ਹੋ ਜੂ ਕੁਐਸਚਨ 6ਵੇਂ ਦਾ। ਕੁਐਸਚਨ 7ਵਾਂ, ਮਯੰਕ ਧੁਨੀ ਦੇ ਸੰਚਾਰ ਲਈ ਲੋੜੀਂਦੇ ਮਾਧਿਅਮ ਬਾਰੇ ਪੜ੍ਹ ਰਿਹਾ ਹੈ ਤੇ ਜਾਣਨਾ ਚਾਹੁੰਦਾ ਹੈ ਕਿ ਧੁਨੀ ਕਿਸ ਮਾਧਿਅਮ ਵਿੱਚ ਸੰਚਾਰ ਕਰ ਸਕਦੀ ਹੈ। ਤਾਂ ਆਪਾਂ ਹੁਣੇ ਗੱਲ ਕੀਤੀ ਹੈ ਕਿ ਸਾਊਂਡ ਸੋਲਿਡ ਵਿੱਚ, ਲਿਕੁਇਡ ਵਿੱਚ ਤੇ ਗੈਸ ਵਿੱਚ, ਤਿੰਨਾਂ ਵਿੱਚ ਹੀ ਸੰਚਾਰ ਕਰਦੀ ਹੈ ਕਿਉਂਕਿ ਤਿੰਨੇ ਹੀ ਇੱਕ ਤਰ੍ਹਾਂ ਦਾ ਮਾਧਿਅਮ ਨੇ। ਪਰ ਸੋਲਿਡ 'ਚ ਸਭ ਤੋਂ ਜ਼ਿਆਦਾ ਤੇਜ਼ ਸਪੀਡ ਹੋਊਗੀ, ਲਿਕੁਇਡ 'ਚ ਉਸ ਤੋਂ ਘੱਟ ਤੇ ਗੈਸ ਵਿੱਚ ਸਭ ਤੋਂ ਘੱਟ ਸਪੀਡ ਹੋਊਗੀ। ਤਾਂ ਠੋਸ, ਦਰਵ ਤੇ ਗੈਸ ਸਾਰਿਆਂ ਵਿੱਚ ਹੀ ਧੁਨੀ ਸੰਚਾਰ ਕਰ ਸਕਦੀ ਹੈ। ਆਪਸ਼ਨ ਸੱਸਾ ਸਹੀ ਹੋ ਜਾਏਗਾ ਤੁਹਾਡੇ 7ਵੇਂ ਕੁਐਸਚਨ ਦਾ। ਕੁਐਸਚਨ 8ਵਾਂ, ਕਵਿਤਾ ਨੇ ਆਪਣੀ ਕਿਤਾਬ ਵਿੱਚ ਪੜ੍ਹਿਆ ਕਿ ਜਦੋਂ ਧੁਨੀ ਕੰਨ ਵਿੱਚ ਦਾਖਲ ਹੁੰਦੀ ਹੈ ਤਾਂ ਇੱਕ ਨਾਲੀ ਵਿੱਚੋਂ ਲੰਘਦੀ ਹੈ ਜਿਹਦੇ ਸਿਰੇ ਉੱਤੇ ਇੱਕ ਪਤਲੀ ਖਿੱਚੀ ਝਿੱਲੀ ਹੁੰਦੀ ਹੈ ਜਿਸ ਨੂੰ ਕੰਨ ਪਰਦਾ ਕਹਿੰਦੇ ਹਨ। ਕੰਨ ਪਰਦਾ ਕਿਸ ਦਾ ਭਾਗ ਹੁੰਦਾ ਹੈ?
ਤਾਂ ਆਪਣਾ ਹਿਊਮਨ ਈਅਰ ਬਾਹਰੋਂ ਦਿਖਾਈ ਦੇ ਰਿਹਾ ਹੈਗਾ ਤੇ ਇਹ ਸਾਊਂਡ ਕੰਨ ਵਿੱਚ ਦੀ ਅੱਗੇ ਜਦੋਂ ਟ੍ਰਾਂਸਫਰ ਹੁੰਦੀ ਹੈ ਤਾਂ ਦੇਖੋ ਅੱਗੇ ਇੱਕ ਨਾਲੀ ਜਿਹੀ ਦਿਖਾਈ ਹੋਈ ਹੈ ਤੇ ਇਹਦੇ ਬਿਲਕੁਲ ਇੱਥੇ ਸੈਂਟਰ ਤੇ ਤੁਹਾਨੂੰ ਆ ਜੋ ਸ਼ੇਪ ਦਿਖ ਰਹੀ ਹੈ ਇਹਨੂੰ ਕਿਹਾ ਜਾਂਦਾ ਹੈ ਇੰਗਲਿਸ਼ ਦੇ ਵਿੱਚ ਈਅਰ ਡਰਮ ਤੇ ਪੰਜਾਬੀ ਦੇ ਵਿੱਚ ਆਪਾਂ ਇਹਨੂੰ ਕਹਿੰਦੇ ਹੈਗੇ ਕੰਨ ਦਾ ਪਰਦਾ। ਤੇ ਜਦੋਂ ਬਾਹਰੋਂ ਆ ਰਹੀ ਸਾਊਂਡ ਇਸ ਪਰਦੇ ਨੂੰ ਵਾਈਬ੍ਰੇਟ ਕਰਦੀ ਹੈ ਫਿਰ ਸਿਗਨਲ ਸੁਣਨ ਵਾਲੇ ਜਾਂਦੇ ਆ ਦਿਮਾਗ ਤੱਕ ਤੇ ਦਿਮਾਗ ਉਹਨੂੰ ਰੀਡ ਕਰਦਾ ਹੈ ਕਿ ਆਵਾਜ਼ ਕਿੱਥੋਂ ਆਈ ਹੈ, ਕਿਸ ਤਰ੍ਹਾਂ ਦੀ ਆਵਾਜ਼ ਹੈ। ਇਹ ਸਾਰੇ ਅੰਗ ਮਿਲ ਕੇ ਆਪਣੀ ਸੁਣਨ ਪ੍ਰਣਾਲੀ ਬਣਾਉਂਦੇ ਆ ਜਿਹਦੇ ਨਾਲ ਆਪਾਂ ਆਵਾਜ਼ਾਂ ਨੂੰ ਸੁਣ ਸਕਦੇ ਹਾਂ। ਇਸ ਕਰਕੇ ਕੰਨ ਪੜਦਾ ਇੱਕ ਸੁਣਨ ਅੰਗਾਂ ਦਾ ਭਾਗ ਹੈ। ਈਡੀ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ ਇਸ ਕੁਐਸਚਨ ਦਾ। ਕੁਐਸਚਨ 9ਵਾਂ, ਇੱਕ ਪੈਂਡੂਲਮ ਦੁਆਰਾ ਕੀਤੀ ਗਈ ਗਤੀ ਕਿਸ ਕਿਸਮ ਦੀ ਹੁੰਦੀ ਹੈ? ਇੱਥੇ ਤੁਸੀਂ ਆਪਣੀ ਸਕਰੀਨ ਤੇ ਇੱਕ ਪੈਂਡੂਲਮ ਦੇਖ ਸਕਦੇ ਹੋ ਜੋ ਸੱਜੇ ਖੱਬੇ ਜਾ ਕੇ ਗਤੀ ਕਰ ਰਿਹਾ ਹੈ ਤੇ ਬਾਰ-ਬਾਰ ਆਪਣੀ ਗਤੀ ਨੂੰ ਰਿਪੀਟ ਕਰ ਰਿਹਾ ਹੈ। ਇਸ ਤਰ੍ਹਾਂ ਦੀ ਗਤੀ ਨੂੰ ਡੋਲਨ ਗਤੀ ਦਾ ਨਾਮ ਦਿੱਤਾ ਗਿਆ ਹੈਗਾ। ਇੱਕ ਪੈਂਡੂਲਮ ਡੋਲਨ ਗਤੀ ਕਰਦਾ ਹੈ। ਆੜਾ ਆਪਸ਼ਨ ਸਹੀ ਹੋ ਜਾਏਗਾ ਕੁਐਸਚਨ 9ਵੇਂ ਦਾ। ਕੁਐਸਚਨ 10ਵਾਂ, ਪ੍ਰਤੀ ਸਕਿੰਟ ਮਤਲਬ 1 ਸਕਿੰਟ ਵਿੱਚ ਹੋਣ ਵਾਲੇ ਡੋਲਨਾਂ ਦੀ ਗਿਣਤੀ ਕੀ ਦਰਸਾਉਂਦੀ ਹੈ? ਤਾਂ ਜਿਵੇਂ ਕਿ ਤੁਸੀਂ ਇੱਕ ਪੈਂਡੂਲਮ ਨੂੰ ਡੋਲਣ ਕਰਦੇ ਹੋਏ ਦੇਖ ਸਕਦੇ ਹੋਗੇ ਤੁਹਾਡੀ ਸਕਰੀਨ ਤੇ। ਅਗਰ ਆਪਾਂ ਘੜੀ ਉੱਤੇ ਦੇਖ ਕੇ 1 ਸਕਿੰਟ ਟਾਈਮ ਦੇ ਵਿੱਚ ਹੋ ਰਹੇ ਡੋਲਨਾਂ ਦੀ ਗਿਣਤੀ ਗਿਣ ਲਈਏ ਤਾਂ ਉਹ ਡੋਲਨਾਂ ਦੀ ਗਿਣਤੀ ਉਸ ਪੈਂਡੂਲਮ ਦੀ ਫ੍ਰੀਕੁਐਂਸੀ ਹੁੰਦੀ ਹੈ। ਇਸ ਫ੍ਰੀਕੁਐਂਸੀ ਨੂੰ ਆਪਾਂ ਪੰਜਾਬੀ ਦੇ ਵਿੱਚ ਆਵਰਤੀ ਦਾ ਨਾਮ ਦੇ ਦਿੰਦੇ ਹਾਂ। ਇਸ ਕਰਕੇ ਪ੍ਰਤੀ ਸਕਿੰਟ 'ਚ ਹੋਣ ਵਾਲੇ ਡੋਲਨਾਂ ਦੀ ਗਿਣਤੀ ਨੂੰ ਆਪਾਂ ਉਸਦੀ ਫ੍ਰੀਕੁਐਂਸੀ ਕਹਾਂਗੇ ਜਾਂ ਆਵਰਤੀ ਕਹਾਂਗੇ। ਆਪਸ਼ਨ ਈਡੀ ਸਹੀ ਹੋ ਜਾਏਗਾ 10ਵੇਂ ਕੁਐਸਚਨ ਦਾ। ਕੁਐਸਚਨ 11ਵਾਂ, ਰੋਹਿਤ ਸਕੂਲ ਡਰਮ ਵਜਾ ਰਿਹਾ ਹੈ ਤੇ ਵਿਨੇ ਸੀਟੀ ਵਜਾ ਰਿਹਾ ਹੈ। ਡਰਮ ਅਤੇ ਸੀਟੀ ਵਿੱਚੋਂ ਕਿਹੜਾ ਅਧਿਕ ਆਵਰਤੀ ਤੇ ਕੰਪਨ ਕਰੇਗਾ? ਮਤਲਬ ਕਿ ਦੋਨਾਂ ਵਿੱਚੋਂ ਹਾਈ ਫ੍ਰੀਕੁਐਂਸੀ ਕਿਸ ਦੀ ਜ਼ਿਆਦਾ ਹੋਊਗੀ? ਤਾਂ ਦੇਖੋ ਜਿੰਨੀ ਵੀ ਫ੍ਰੀਕੁਐਂਸੀ ਹਾਈ ਹੁੰਦੀ ਹੈ ਉਨੀ ਹੀ ਜ਼ਿਆਦਾ ਸਾਊਂਡ ਸੁਣਨ ਦੇ ਵਿੱਚ ਤਿੱਖੀ ਹੁੰਦੀ ਹੈ। ਤਾਂ ਤੁਸੀਂ ਸੋਚੋ ਕਿ ਡਰਮ ਦੇ ਵਿੱਚੋਂ ਤੇ ਸੀਟੀ ਵਿੱਚੋਂ ਜ਼ਿਆਦਾ ਸਾਊਂਡ ਤਿੱਖੀ ਕਿਸ ਦੀ ਹੋਊਗੀ? ਤਾਂ ਆਪਾਂ ਨੂੰ ਪਤਾ ਹੈ ਕਿ ਸੀਟੀ ਦੀ ਸਾਊਂਡ ਜ਼ਿਆਦਾ ਤਿੱਖੀ ਹੁੰਦੀ ਹੈ। ਇਸ ਕਰਕੇ ਇਸ ਦਾ ਕੰਪਨ ਜ਼ਿਆਦਾ ਹਾਈ ਫ੍ਰੀਕੁਐਂਸੀ ਤੇ ਹੋਊਗਾ। ਇਸ ਕਰਕੇ ਆਪਸ਼ਨ ਆੜਾ ਸਹੀ ਹੋ ਜਾਏਗਾ ਤੁਹਾਡੇ 11ਵੇਂ ਕੁਐਸਚਨ ਦਾ। ਕੁਐਸਚਨ 12ਵਾਂ, ਅਨੂ ਬਾਜ਼ਾਰ ਵਿੱਚ ਖਰੀਦਦਾਰੀ ਕਰ ਰਹੀ ਹੈ ਤੇ ਉਸ ਨੂੰ ਵਾਹਨਾਂ ਦੇ ਉੱਚੇ ਹਾਰਨ ਸੁਣ ਰਹੇ ਨੇ। ਉਸਨੇ ਅਸਹਿਜ ਮਹਿਸੂਸ ਕੀਤਾ। ਇਹ ਕਿਸ ਤਰ੍ਹਾਂ ਦੀ ਧੁਨੀ ਹੈ? ਤਾਂ ਜਦੋਂ ਵੀ ਤੁਸੀਂ ਕਿਸੇ ਵੇਲੇ ਬਾਜ਼ਾਰ 'ਚ ਖੜੇ ਹੁੰਨੇ ਹੋ ਜਾਂ ਵਾਹਨਾਂ ਦੇ ਟ੍ਰੈਫਿਕ ਦੇ ਵਿੱਚ ਖੜੇ ਹੁੰਨੇ ਹੋ ਤਾਂ ਉੱਥੇ ਤੁਹਾਨੂੰ ਹਾਰਨ ਸੁਣਾਈ ਦਿੰਦੇ ਨੇ। ਉਹਨਾਂ ਹਾਰਨਾਂ ਕਰਕੇ ਆਪਾਂ ਕਾਫੀ ਟਾਈਮ ਅਨਕੰਫਰਟੇਬਲ ਮਹਿਸੂਸ ਕਰਦੇ ਹਾਂ। ਤਾਂ ਇਸ ਤਰ੍ਹਾਂ ਦੇ ਜੋ ਸਾਊਂਡ ਨੇ ਜਿਨ੍ਹਾਂ ਕਰਕੇ ਆਪਣਾ ਸਿਰ ਦੁਖਣ ਲੱਗ ਜਾਂਦਾ ਹੈ ਜਾਂ ਆਪਾਂ ਨੂੰ ਅਸਹਿਜ ਮਹਿਸੂਸ ਹੁੰਦਾ ਹੈ ਅਨਕੰਫਰਟੇਬਲ, ਉਸ ਨੂੰ ਆਪਾਂ ਨੋਇਜ਼ ਦਾ ਨਾਮ ਦਿੰਨੇ ਆ ਇੰਗਲਿਸ਼ ਦੇ ਵਿੱਚ। ਪੰਜਾਬੀ ਦੇ ਵਿੱਚ ਉਸ ਨੂੰ ਸ਼ੋਰ ਵੀ ਕਿਹਾ ਜਾਂਦਾ ਹੈ ਤੇ ਰੌਲਾ ਵੀ ਕਹਿ ਦਿੰਨੇ ਆ। ਇਸ ਕਰਕੇ ਆਪਸ਼ਨ ਊੜਾ ਸਹੀ ਹੋ ਜਾਏਗਾ ਤੁਹਾਡੇ 12ਵੇਂ ਕੁਐਸਚਨ ਦਾ, ਰੌਲਾ। ਕੁਐਸਚਨ 13ਵਾਂ, ਧੁਨੀ ਦੀ ਪ੍ਰਬਲਤਾ ਦਾ ਮਾਤਰਕ ਕੀ ਹੈ? ਇੱਥੇ ਪ੍ਰਬਲਤਾ ਦਾ ਮੀਨਿੰਗ ਧੁਨੀ ਦੀ ਲਾਊਡਨੈਸ ਤੋਂ ਹੈਗਾ। ਬਹੁਤ ਨੀਵੀਂ ਆਵਾਜ਼ ਹੈ ਜਾਂ ਬਹੁਤ ਉੱਚੀ ਆਵਾਜ਼ ਹੈ ਤਾਂ ਉਸ ਨੂੰ ਆਪਾਂ ਕਿਵੇਂ ਮਿਣਦੇ ਹਾਂ? ਤਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ ਹਰਟਸ ਤਾਂ ਫ੍ਰੀਕੁਐਂਸੀ ਦਾ ਮਾਤਰਕ ਹੁੰਦਾ ਹੈ, ਮੀਟਰ ਸਿਰਫ ਦੂਰੀ ਦਾ ਹੁੰਦਾ ਹੈਗਾ। ਤੇ ਜੋ ਤੁਹਾਡਾ ਸਹੀ ਆਪਸ਼ਨ ਹੈ ਉਹ ਇੱਥੇ ਡੈਸੀਬਲ ਹੋਊਗਾ। ਇੱਥੇ ਤੁਸੀਂ ਦੇਖੋ ਕਿ ਲਿਖਣ ਵੇਲੇ ਆਪਾਂ ਛੋਟੀ ਡੀ ਤੇ ਕੈਪੀਟਲ ਬੀ ਦਾ ਪ੍ਰਯੋਗ ਕਰਾਂਗੇ। ਡੈਸੀਬਲ ਦੇ ਵਿੱਚ ਮਿਣਿਆ ਜਾਂਦਾ ਹੈਗਾ ਧੁਨੀ ਦੀ ਲਾਊਡਨੈਸ ਨੂੰ। ਜਿੰਨੀ ਸਾਊਂਡ ਜ਼ਿਆਦਾ ਲਾਊਡ ਹੋਊਗੀ ਉਨੀ ਉਸ ਦੇ ਵਿੱਚ ਡੈਸੀਬਲ ਦੀ ਪ੍ਰਬਲਤਾ ਜ਼ਿਆਦਾ ਹੋਊਗੀ। ਉਦਾਹਰਨ ਦੇ ਲਈ ਇਸ ਵੀਡੀਓ ਦੇ ਵਿੱਚ ਮੇਰੀ ਆਵਾਜ਼ 40 ਤੋਂ ਲੈ ਕੇ 60-65 ਡੈਸੀਬਲ ਦੇ ਆਸ-ਪਾਸ ਹੋਊਗੀ। ਇਸ ਤੋਂ ਜ਼ਿਆਦਾ ਉੱਚੀ ਧੁਨੀਆਂ ਨੇ ਜੋ ਜਿਵੇਂ ਹਾਰਨ ਜਾਂ ਟ੍ਰੈਫਿਕ ਦੀਆਂ ਆਵਾਜ਼ਾਂ ਨੇ ਉਹ 90-100 ਤੱਕ ਵੀ ਜਾ ਸਕਦੀਆਂ ਨੇ, ਜਿਸ ਨੂੰ ਆਪਾਂ ਨੋਇਜ਼ ਕਹਿ ਦਿੰਨੇ ਆ। ਕੁਐਸਚਨ 14ਵਾਂ, ਮਨੁੱਖੀ ਕੰਨ 20,000 ਹਰਟਜ਼ ਤੋਂ ਵੱਧ ਆਵਰਤੀ ਦੀ ਧੁਨੀਆਂ ਨੂੰ ਨਹੀਂ ਸੁਣ ਸਕਦਾ। ਅਜਿਹੀਆਂ ਧੁਨੀਆਂ ਨੂੰ ਕੀ ਕਿਹਾ ਜਾਂਦਾ ਹੈ? ਇਹ 0 ਹਰਟਜ਼ ਤੋਂ ਲੈ ਕੇ 20 ਹਰਟਜ਼ ਵਾਲੀ ਜੋ ਰੇਂਜ ਹੈ ਇਹਨੂੰ ਕਿਹਾ ਜਾਂਦਾ ਹੈਗਾ ਇਨਫਰਾ ਸਾਊਂਡ। ਤੇ 20,000 ਹਰਟਜ਼ ਤੋਂ ਜ਼ਿਆਦਾ ਵਾਲੀਆਂ ਜੋ ਸਾਊਂਡਸ ਨੇ ਇਹਨਾਂ ਨੂੰ ਕਿਹਾ ਜਾਂਦਾ ਹੈਗਾ ਅਲਟਰਾ ਸਾਊਂਡ। ਤਾਂ ਇਹ ਤੁਸੀਂ ਨਾਮ ਯਾਦ ਰੱਖਣੇ ਨੇ। ਇਹ ਇਨਫਰਾ ਸਾਊਂਡ ਹੋ ਗਿਆ, ਇਹ ਅਲਟਰਾ ਸਾਊਂਡ ਹੋ ਗਿਆ ਤੇ ਵਿੱਚ ਵਾਲਾ ਜੋ ਸਾਊਂਡ ਹੈ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਦਾ, ਇਹ ਆਪਣੀ ਹੀਅਰੇਬਲ ਰੇਂਜ ਹੈ, ਲਿਸਨਿੰਗ ਰੇਂਜ ਹੈ ਹਿਊਮਨਸ ਦੀ। ਤਾਂ ਇਸ ਤਰ੍ਹਾਂ ਦੀਆਂ ਧੁਨੀਆਂ ਜੋ 20,000 ਹਰਟਜ਼ ਤੋਂ ਜ਼ਿਆਦਾ ਹੋਣ ਉਹਨਾਂ ਨੂੰ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਅਲਟਰਾ ਸਾਊਂਡ ਕਹਿ ਦਿੰਦੇ ਆ। ਤਾਂ ਆਪਸ਼ਨ ਊੜਾ ਸਹੀ ਹੋ ਜਾਏਗਾ ਤੁਹਾਡੇ 14ਵੇਂ ਕੁਐਸਚਨ ਦਾ। ਕੁਐਸਚਨ 15ਵਾਂ, ਅਜਿਹੇ ਜਾਨਵਰ ਦਾ ਨਾਮ ਦੱਸੋ ਜੋ ਅਲਟਰਾ ਸਾਊਂਡ ਧੁਨੀ ਸੁਣ ਸਕਦਾ ਹੋਵੇ। ਤਾਂ ਕੁੱਤਾ 45,000 ਹਰਟਜ਼ ਤੱਕ ਦੀ ਆਵਾਜ਼ ਨੂੰ ਸੁਣ ਸਕਦਾ ਹੈਗਾ ਜੋ ਕਿ ਅਲਟਰਾ ਸਾਊਂਡ ਹੈ। ਇਸ ਕਰਕੇ ਕੁੱਤਾ ਤਾਂ ਸੁਣ ਹੀ ਸਕਦਾ ਹੈ। ਡਾਲਫਿਨ ਵੀ 75 ਹਰਟਜ਼ ਤੋਂ ਲੈ ਕੇ ਲਗਭਗ 1 ਲੱਖ ਹਰਟਜ਼ ਦੀ ਆਵਾਜ਼ ਨੂੰ ਸੁਣ ਸਕਦੀਆਂ ਨੇ। ਇਸ ਕਰਕੇ ਡਾਲਫਿਨ ਵੀ ਤੁਹਾਡੇ ਕੋਲੇ ਆਪਸ਼ਨ ਸਹੀ ਬਣਦਾ ਹੈ। ਪਰ ਉੱਲੂ ਦੀ ਜੋ ਹੀਅਰਿੰਗ ਰੇਂਜ ਹੈ ਉਹ ਸਿਰਫ 200 ਹਰਟਜ਼ ਤੋਂ ਲੈ ਕੇ 12,000 ਹਰਟਜ਼ ਤੱਕ ਦੀ ਹੀ ਹੁੰਦੀ ਹੈ। ਇਸ ਕਰਕੇ ਉੱਲੂ ਤੁਹਾਡਾ ਸਹੀ ਆਨਸਰ ਨਹੀਂ ਆ ਸਕਦਾ। ਇੱਥੇ ਊੜਾ ਤੇ ਈਡੀ ਦੋਨੇ ਤੁਹਾਡੇ ਸਹੀ ਆਨਸਰ ਨੇ। ਉੱਲੂ ਨਹੀਂ ਆਊਗਾ ਤੇ ਨਾ ਹੀ ਇਹ ਸਾਰੇ ਆਊਗਾ। ਤਾਂ ਤੁਹਾਡਾ ਸਹੀ ਆਨਸਰ ਊੜਾ ਵੀ ਹੋ ਸਕਦਾ ਹੈ ਤੇ ਈਡੀ ਵੀ ਹੋ ਸਕਦਾ ਹੈ। 15ਵੇਂ ਕੁਐਸਚਨ ਦਾ। ਕੁਐਸਚਨ 16ਵਾਂ, ਰਾਮ ਦੇ ਘਰ ਦੇ ਨੇੜੇ ਇੱਕ ਵਿਆਹ ਪੈਲੇਸ ਹੈ, ਮਤਲਬ ਮੈਰਿਜ ਪੈਲੇਸ ਹੈ, ਜਿਸ ਤੋਂ ਲਾਊਡ ਸਪੀਕਰ ਦਾ ਰੌਲਾ ਸੁਣਦਾ ਹੈ। ਅਜਿਹੇ ਵਾਤਾਵਰਣ ਵਿੱਚ ਕਿਹੜੀਆਂ ਸਰੀਰਕ ਸਮੱਸਿਆਵਾਂ ਰਾਮ ਨੂੰ ਆ ਸਕਦੀਆਂ? ਤੇ ਇੱਥੇ ਲਾਊਡ ਸਪੀਕਰ ਦੇ ਰੌਲੇ ਤੋਂ ਆ ਰਹੀਆਂ ਸਮੱਸਿਆਵਾਂ ਦੇ ਬਾਰੇ ਪੁੱਛਿਆ ਗਿਆ ਹੈਗਾ। ਉਨੀਂਦਰਾ ਮਤਲਬ ਨੀਂਦ ਨਾ ਆਉਣਾ, ਉੱਚਾ ਬਲੱਡ ਪ੍ਰੈਸ਼ਰ ਮਤਲਬ ਹਾਈ ਬਲੱਡ ਪ੍ਰੈਸ਼ਰ ਵਿੱਚ ਰਹਿਣਾ, ਚਿੰਤਾ ਦੇ ਵਿੱਚ ਰਹਿਣਾ। ਇਹ ਤਿੰਨੇ ਹੀ ਲੱਛਣ ਨੇ ਲਾਊਡ ਸਪੀਕਰਾਂ ਦੇ ਰੌਲੇ ਕਰਕੇ। ਛੇਤੀ ਗੁੱਸਾ ਆਉਣਾ, ਨੀਂਦ ਨਾ ਆਉਣਾ ਤੇ ਟੈਨਸ਼ਨ ਦੀ ਸਥਿਤੀ 'ਚ ਰਹਿਣਾ ਆਮ ਜਿਹੇ ਲੱਛਣ ਨੇ ਰੌਲੇ ਦੇ, ਨੋਇਜ਼ ਸੁਣਨ ਕਰਕੇ। ਤੁਹਾਡੇ ਸਹੀ ਆਨਸਰ 'ਚ ਸਾਰੇ ਹੀ ਆ ਜਾਣਗੇ। ਤਾਂ ਸੱਸਾ ਆਪਸ਼ਨ ਸਹੀ ਹੋ ਜਾਊਗਾ ਕੁਐਸਚਨ 16ਵੇਂ ਦਾ। ਕੁਐਸਚਨ 17ਵਾਂ, ਧੁਨੀ
ਧੁਨੀ ਪ੍ਰਦੂਸ਼ਣ ਤੋਂ ਹੋਣ ਵਾਲੇ ਨੁਕਸਾਨਾਂ ਨੂੰ ਘੱਟ ਕਰਨ ਲਈ ਕੀ ਸੁਝਾਅ ਹੋ ਸਕਦੇ ਨੇ? ਤਾਂ ਨੋਇਜ਼ ਪੋਲਿਊਸ਼ਨ ਘਟਾਉਣ ਦੇ ਲਈ ਆਪਾਂ ਨੂੰ ਵਾਹਨਾਂ ਦੇ ਵਹੀਕਲਾਂ ਦੇ ਹਾਰਨਾਂ ਦੀ ਵਰਤੋਂ ਘੱਟ ਤੋਂ ਘੱਟ ਕਰ ਦੇਣੀ ਚਾਹੀਦੀ ਹੈ। ਸੜਕਾਂ ਦੇ ਆਸੇ-ਪਾਸੇ ਜੇ ਰੁੱਖ ਲੱਗੇ ਹੋਣ ਤਾਂ ਜੋ ਆਵਾਜ਼ਾਂ ਹੁੰਦੀਆਂ ਸੜਕਾਂ ਦੇ ਉੱਤੇ ਵਾਹਨਾਂ ਦੇ ਹਾਰਨਾਂ ਦੀਆਂ, ਉਹ ਸੜਕ ਤੇ ਹੀ ਰਹਿ ਜਾਂਦੀਆਂ ਨੇ ਤੇ ਸੜਕਾਂ ਦੇ ਕਿਨਾਰਿਆਂ ਤੇ ਲੱਗੇ ਹੋਏ ਰੁੱਖ ਨੂੰ ਪਿੰਡਾਂ ਤੱਕ ਜਾਂ ਘਰਾਂ ਤੱਕ ਨਹੀਂ ਜਾਣ ਦਿੰਦੇ। ਜਿਹੜੇ ਮੈਰਿਜ ਪੈਲਸ ਹੁੰਦੇ ਆ ਉਹਨੂੰ ਰਿਹਾਇਸ਼ੀ ਖੇਤਰਾਂ ਤੋਂ, ਘਰਾਂ ਤੋਂ ਬਹੁਤ ਦੂਰ ਬਣਾਇਆ ਜਾਣਾ ਚਾਹੀਦਾ ਤਾਂ ਕਰਕੇ ਉੱਥੋਂ ਦੇ ਜੋ ਲਾਊਡ ਸਪੀਕਰ ਹੈ ਉਹਨਾਂ ਦੀਆਂ ਆਵਾਜ਼ਾਂ ਦਾ ਨਾਲ ਸ਼ੋਰ ਪ੍ਰਦੂਸ਼ਣ ਨਾ ਹੋਵੇ। ਤਾਂ ਦੇਖਿਆ ਜਾਵੇ ਤਾਂ ਸਾਰੇ ਹੀ ਆਪਸ਼ਨ ਕਰਨੇ ਚਾਹੀਦੇ ਨੇ, ਇਸ ਕਰਕੇ ਸੱਸਾ ਆਪਸ਼ਨ ਉਪਰੋਕਤ ਸਾਰੇ ਆ ਜਾਊਗਾ ਤੁਹਾਡੇ 17ਵੇਂ ਕੁਐਸਚਨ ਦਾ। ਕੁਐਸਚਨ 18ਵਾਂ, ਧੁਨੀ ਦਾ ਉੱਚਾਪਣ ਧੁਨੀ ਦੇ ਕਿਸ ਗੁਣ ਤੇ ਆਧਾਰਿਤ ਹੈ? ਤੁਹਾਨੂੰ ਦੋ ਸਾਊਂਡ ਵੇਵਸ ਦਿਖਾਈਆਂ ਹੋਈਆਂ ਨੇ, ਵੇਵ A ਤੇ ਵੇਵ B। ਹੁਣ ਤੁਹਾਨੂੰ ਜੋ ਪੁੱਛਿਆ ਗਿਆ ਇਹਨਾਂ 'ਚ ਫਰਕ ਬਾਰੇ, ਤਾਂ ਦੇਖੋ ਇੱਥੇ ਸਿਰਫ ਫਰਕ ਹਾਈਟ ਦਾ, ਇੱਥੇ ਹਾਈਟ ਇੰਨੀ ਜ਼ਿਆਦਾ ਹੈ ਤੇ ਇੱਥੇ ਹਾਈਟ ਬਹੁਤ ਘੱਟ ਹੈ। ਤਾਂ A ਤੇ B ਦੋਨਾਂ ਵਿੱਚੋਂ ਕਿਹੜੀ ਸਾਊਂਡ ਜ਼ਿਆਦਾ ਉੱਚੀ ਹੋਊਗੀ? ਇਹ ਵਾਲੀ ਉੱਚੀ ਹੋਊਗੀ। ਆ ਜੋ ਹਾਈਟ ਹੈ ਇਸ ਨੂੰ ਆਪਾਂ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਆਯਾਮ ਤੇ ਇੰਗਲਿਸ਼ ਦੇ ਵਿੱਚ ਇਸ ਨੂੰ ਕਹਿ ਦਿੰਨੇ ਆਂਗੇ ਐਂਪਲੀਟਿਊਡ। ਤਾਂ ਐਂਪਲੀਟਿਊਡ ਜਾਂ ਆਯਾਮ ਜਿਸ ਸਾਊਂਡ ਦਾ ਜ਼ਿਆਦਾ ਹੋਊਗਾ ਉਹ ਜ਼ਿਆਦਾ ਉੱਚੀ ਹੋਊਗੀ, ਜਿਸ ਦਾ ਘੱਟ ਹੋਊਗਾ ਉਹਦੀ ਘੱਟ ਆਵਾਜ਼ ਉੱਚੀ ਹੋਊਗੀ। ਇਸੇ ਡਿਸਟੈਂਸ ਨੂੰ ਆਪਾਂ ਡੈਸੀਬਲ ਦੇ ਵਿੱਚ ਮਿਣਦੇ ਹੁੰਨੇ ਆ ਆਯਾਮ ਨੂੰ। ਤਾਂ ਆਪਸ਼ਨ ਊੜਾ ਆਯਾਮ ਸਹੀ ਹੋ ਜਾਏਗਾ ਤੁਹਾਡੇ 18ਵੇਂ ਕੁਐਸਚਨ ਦਾ। ਕੁਐਸਚਨ 19ਵਾਂ, ਧੁਨੀ ਦਾ ਉਹ ਗੁਣ ਕਿਹੜਾ ਹੈ ਜਿਸ ਤੇ ਧੁਨੀ ਦੀ ਪਿਚ ਮਤਲਬ ਉਸ ਦਾ ਤਿੱਖਾਪਣ ਕਿੰਨਾ ਜ਼ਿਆਦਾ ਸਾਊਂਡ ਦਾ, ਇਹ ਨਿਰਭਰ ਕਰਦੀ ਹੈ। ਤਾਂ ਤਿੱਖਾਪਣ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਸਾਊਂਡ ਦੀ ਫ੍ਰੀਕੁਐਂਸੀ ਦੇ ਉੱਤੇ ਡਿਪੈਂਡ ਕਰਦਾ ਹੈਗਾ, ਤਾਂ ਇਸ ਨੂੰ ਆਪਾਂ ਪੰਜਾਬੀ ਦੇ ਵਿੱਚ ਆਵਰਤੀ ਕਹਿ ਦਿੰਨੇ ਆ। ਤਾਂ ਆਪਸ਼ਨ ਊੜਾ ਸਹੀ ਹੋ ਜਾਏਗਾ ਤੁਹਾਡੇ ਕੁਐਸਚਨ 19ਵੇਂ ਦਾ। ਕੁਐਸਚਨ 20ਵਾਂ, ਧੁਨੀ ਕੀ ਹੈ? ਤਾਂ ਧੁਨੀ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਇੱਕ ਤਰ੍ਹਾਂ ਦੀ ਊਰਜਾ ਹੁੰਦੀ ਹੈਗੀ, ਇੱਕ ਤਰ੍ਹਾਂ ਦੀ ਸਾਊਂਡ એનર્ਜੀ ਹੁੰਦੀ ਹੈਗੀ। ਇਸ ਨੂੰ ਮਾਧਿਅਮ ਚਾਹੀਦਾ ਹੁੰਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣ ਦੇ ਲਈ, ਤੇ ਜਿੰਨੀ ਜ਼ਿਆਦਾ ਉੱਚੀ ਹੋਊਗੀ ਸਾਊਂਡ ਉਨੀ ਉਹਦੇ ਵਿੱਚ એનર્ਜੀ ਜ਼ਿਆਦਾ ਹੋਊਗੀ। ਤਾਂ ਆਪਸ਼ਨ ਈਡੀ ਸਹੀ ਹੋ ਜਾਏਗਾ ਤੁਹਾਡੇ ਇਸ ਕੁਐਸਚਨ ਦਾ। ਕੁਐਸਚਨ 21ਵਾਂ, ਡਾਕਟਰ ਨੇ ਰਾਜਵੀਰ ਨੂੰ ਆਪਣੇ ਕੰਨ ਵਿੱਚ ਤਿੱਖੀ ਵਸਤੂ ਮਾਰਨ ਤੋਂ ਮਨਾ ਕੀਤਾ, ਜਿਵੇਂ ਕੋਈ ਸੂਈ ਹੋਗੀ ਜਾਂ ਮਾਚਿਸ ਦੀ ਤੀਲੀ ਹੋਗੀ। ਅਜਿਹਾ ਕਰਨ ਦੇ ਨਾਲ ਉਹ ਕੰਨ ਦੇ ਕਿਹੜੇ ਭਾਗ ਦਾ ਨੁਕਸਾਨ ਕਰ ਲਵੇਗਾ? ਤਾਂ ਆਪਾਂ ਅਕਸਰ ਕੰਨ ਦੇ ਵਿੱਚ ਮਾਚਿਸ ਦੀ ਤੀਲੀ ਜਾਂ ਪੈਨ ਵਗੈਰਾ ਮਾਰ ਲੈਂਦੇ ਆ, ਜੋ ਕਿ ਅਗਰ ਜ਼ਿਆਦਾ ਅੰਦਰ ਚਲਾ ਜਾਵੇ ਤਾਂ ਆ ਜੋ ਕੰਨ ਦਾ ਪਰਦਾ ਹੈ ਇਹਦੇ ਵਿੱਚ ਮੋਰੀ ਜਾਂ ਸੁਰਾਖ ਜਾਂ ਖੂਨ ਵਗੈਰਾ ਦਾ ਵਗਣਾ ਇਸ ਤਰ੍ਹਾਂ ਦੀ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ। ਤੇ ਆਪਾਂ ਨੂੰ ਪਤਾ ਹੈ ਕਿ ਕੰਨ ਦੇ ਪਰਦੇ ਕਰਕੇ ਹੀ ਆਪਾਂ ਨੂੰ ਕੋਈ ਵੀ ਚੀਜ਼ ਸੁਣਾਈ ਦਿੰਦੀ ਹੈ, ਤੇ ਅਗਰ ਇਹ ਪਰਦਾ ਡੈਮੇਜ ਹੋ ਗਿਆ ਤਾਂ ਆਪਾਂ ਨੂੰ ਸੁਣਾਈ ਦੇਣਾ ਬੰਦ ਹੋ ਸਕਦਾ ਹੈ। ਇਸ ਕਰਕੇ ਡਾਕਟਰ ਨੇ ਰਾਜਵੀਰ ਨੂੰ ਮਨਾ ਕੀਤਾ ਕਿ ਕੋਈ ਤਿੱਖੀ ਚੀਜ਼ ਕੰਨ ਵਿੱਚ ਨਾ ਮਾਰੇ, ਨਹੀਂ ਤਾਂ ਉਸਦੇ ਕੰਨ ਪਰਦੇ ਦਾ ਨੁਕਸਾਨ ਹੋ ਸਕਦਾ ਹੈ। ਤਾਂ ਆਪਸ਼ਨ ਊੜਾ ਸਹੀ ਹੋ ਜਾਏਗਾ ਕੁਐਸਚਨ 21ਵੇਂ ਦਾ। ਕੁਐਸਚਨ 22ਵਾਂ, ਨੀਨਾ ਜਾਣਦੀ ਹੈ ਕਿ ਧੁਨੀ ਦੀ ਪ੍ਰਬਲਤਾ ਨੂੰ ਡੈਸੀਬਲ ਵਿੱਚ ਮਾਪਦੇ ਹੈ, ਮਤਲਬ ਉਸਦੇ ਉੱਚੇਪਣ ਨੂੰ। ਉਹ ਇਹ ਜਾਣਨਾ ਚਾਹੁੰਦੀ ਹੈ ਕਿ ਕਿੰਨੇ ਡੈਸੀਬਲ ਦਾ ਰੌਲਾ ਸਰੀਰ ਲਈ ਹਾਨੀਕਾਰਕ ਹੁੰਦਾ ਹੈ। ਤਾਂ ਤੁਹਾਨੂੰ ਦੱਸਿਆ ਕਿ ਇਸ ਵੀਡੀਓ ਦੀ ਆਵਾਜ਼ ਲਗਭਗ 40 ਤੋਂ 60 ਡੈਸੀਬਲ ਤੱਕ ਦੀ ਹੈ, ਜੋ ਕਿ ਸੇਫ ਲਿਮਿਟ ਹੈ। ਪਰ ਜਦੋਂ 80 ਡੈਸੀਬਲ ਤੋਂ ਜ਼ਿਆਦਾ ਉੱਚੀ ਆਵਾਜ਼ ਹੋ ਜਾਵੇ ਤੇ ਲਗਾਤਾਰ ਆਪਣੇ ਕੰਨ ਦੇ ਵਿੱਚ ਉਹ ਆਵਾਜ਼ ਪੈਂਦੀ ਰਹੇ ਤਾਂ ਉਹਦੇ ਕਰਕੇ ਆਪਣੇ ਸਰੀਰ ਵਿੱਚ ਕਈ ਤਰ੍ਹਾਂ ਦੇ ਹਾਨੀਕਾਰਕ ਪ੍ਰਭਾਵ ਪੈ ਜਾਂਦੇ ਆ, ਜਿਵੇਂ ਨੀਂਦ ਦਾ ਨਾ ਆਉਣਾ, ਹਾਈ ਬਲੱਡ ਪ੍ਰੈਸ਼ਰ ਹੋਣਾ, ਟੈਨਸ਼ਨ 'ਚ ਰਹਿਣਾ ਜਾਂ ਕੰਨਾਂ ਦੇ ਪਰਦੇ ਦਾ ਡੈਮੇਜ ਵੀ ਹੋ ਜਾਣਾ। ਇਸ ਕਰਕੇ 80 ਡੈਸੀਬਲ ਤੋਂ ਜ਼ਿਆਦਾ ਦੀ ਆਵਾਜ਼ ਨੂੰ ਆਪਾਂ ਸ਼ੋਰ ਜਾਂ ਫਿਰ ਨੋਇਜ਼ ਜਾਂ ਫਿਰ ਰੌਲੇ ਦਾ ਨਾਮ ਦੇ ਦਿੰਨੇ ਆ। ਇਸ ਕਰਕੇ ਆਪਸ਼ਨ ਸੱਸਾ ਸਹੀ ਹੋ ਜਾਏਗਾ ਤੁਹਾਡੇ 22ਵੇਂ ਕੁਐਸਚਨ ਦਾ। ਕੁਐਸਚਨ 23ਵਾਂ, ਵਾਣੀ ਅਲਟਰਾਸਾਊਂਡ ਦੀ ਵਰਤੋਂ ਦੀ ਲਿਸਟ ਤਿਆਰ ਕਰ ਰਹੀ ਹੈ, ਇਹਨਾਂ ਵਿੱਚੋਂ ਕਿਹੜਾ ਆਪਸ਼ਨ ਸਹੀ ਹੈ? ਤਾਂ ਅਲਟਰਾਸਾਊਂਡ ਦੀ ਕਈ ਥਾਂ ਤੇ ਵਰਤੋਂ ਕੀਤੀ ਜਾਂਦੀ ਹੈ। ਦੇਖੋ ਹੱਡੀਆਂ ਦੀ ਜਾਂਚ ਤਾਂ ਆਪਾਂ ਐਕਸ-ਰੇ ਨਾਲ ਵੀ ਕਰ ਲੈਂਦੇ ਆ, ਪਰ ਅੰਦਰੂਨੀ ਭਾਗ ਜਿਵੇਂ ਆਪਣਾ ਲਿਵਰ ਹੋ ਗਿਆ, ਪੇਟ ਹੋ ਗਿਆ, ਮੈਦਾ ਹੋ ਗਿਆ, ਇਹਨਾਂ ਭਾਗਾਂ ਦੀ ਜਾਂਚ ਕਰਨ ਲਈ ਅਲਟਰਾਸਾਊਂਡ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਤੁਸੀਂ ਹਸਪਤਾਲ ਵਿੱਚ ਬੋਰਡ ਵੀ ਲੱਗੇ ਦੇਖੇ ਹੋਣਗੇ ਕਿ ਇੱਥੇ ਅਲਟਰਾਸਾਊਂਡ ਟੈਸਟ ਕੀਤੇ ਜਾਂਦੇ ਨੇ। ਨੰਬਰ 2 ਤੇ ਸੋਨਾਰ। ਤਾਂ ਸੋਨਾਰ ਦੀ ਵਰਤੋਂ ਕਿਸ਼ਤੀਆਂ ਤੇ ਪਣਡੁੱਬੀਆਂ ਵਿੱਚ ਕੀਤੀ ਜਾਂਦੀ ਹੈ, ਨੈਵੀਗੇਸ਼ਨ ਮਤਲਬ ਰਸਤਾ ਲੱਭਣ ਦੇ ਲਈ। ਇਹ ਸੋਨਾਰ ਦੀਆਂ ਕੁਝ ਵੇਵਸ ਹੁੰਦੀਆਂ ਨੇ ਅਲਟਰਾਸਾਊਂਡ, ਜੋ ਕਿ ਜਾਂਦੀਆਂ ਨੇ ਤੇ ਅੱਗੇ ਆ ਰਹੀਆਂ ਕੋਈ ਚਟਾਨਾਂ ਨੇ ਜਾਂ ਵੱਡੀ ਮੱਛੀ ਹੈ ਉਹਨਾਂ ਵਿੱਚ ਵੱਜ ਕੇ ਕਿਸ਼ਤੀ ਵੱਲ ਵਾਪਸ ਆਉਂਦੀਆਂ ਤੇ ਕਿਸ਼ਤੀ ਨੂੰ ਸਾਹਮਣੇ ਵਾਲੀ ਚੀਜ਼ ਕਿੰਨੀ ਦੂਰ ਹੈ ਜਾਂ ਰਸਤਾ ਸਾਫ਼ ਹੈ ਜਾਂ ਨਹੀਂ, ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਂਦੀਆਂ ਸੋਨਾਰ ਦੇ ਥਰੂ। ਨੰਬਰ 3 ਤੇ ਚਮਗਿੱਦੜ ਦੁਆਰਾ ਦੂਰੀ ਮਾਪਣ ਲਈ। ਤਾਂ ਚਮਗਿੱਦੜ ਵੀ ਜਦੋਂ ਉੱਡਦੇ ਨੇ ਤਾਂ ਉਹ ਬੋਲ ਕੇ ਅਲਟਰਾਸਾਊਂਡ ਧੁਨੀ ਬਣਾਉਂਦੇ ਨੇ, ਜੋ ਕਿ ਸਾਹਮਣੇ ਵਾਲੀਆਂ ਚੀਜ਼ਾਂ ਦੇ ਵਿੱਚ ਜਾ ਕੇ ਟਕਰਾਉਂਦੀ ਹੈ ਤੇ ਵਾਪਸ ਆ ਕੇ ਚਮਗਿੱਦੜਾਂ ਨੂੰ ਸੁਣਦੀ ਹੈ। ਇਸ ਤੋਂ ਉਹਨਾਂ ਨੂੰ ਪਤਾ ਲੱਗਦਾ ਕਿ ਧੁਨੀ ਕਿੰਨੀ ਦੂਰ ਜਾ ਕੇ ਵੱਜ ਕੇ ਵਾਪਸ ਆਈ ਹੈ, ਤਾਂ ਉਹਨਾਂ ਨੂੰ ਸਾਹਮਣੇ ਵਾਲੀਆਂ ਚੀਜ਼ਾਂ ਦੀ ਦੂਰੀ ਦਾ ਅੰਦਾਜ਼ਾ ਹੁੰਦਾ ਹੈ। ਤਾਂ ਦੇਖਿਆ ਜਾਵੇ ਤਾਂ ਇਹ ਤਿੰਨੇ ਹੀ ਆਪਸ਼ਨ ਅਲਟਰਾਸਾਊਂਡ ਦੇ ਯੂਜ਼ਰਸ ਨੇ, ਇਸ ਕਰਕੇ ਸੱਸਾ ਆਪਸ਼ਨ ਉਪਰੋਕਤ ਸਾਰੇ ਸਹੀ ਹੋ ਜਾਏਗਾ ਤੁਹਾਡੇ 23ਵੇਂ ਕੁਐਸਚਨ ਦਾ। ਕੁਐਸਚਨ 24ਵਾਂ, ਅਸੀਂ ਕੁਝ ਹੀ ਧੁਨੀਆਂ ਨੂੰ ਸੁਣ ਸਕਦੇ ਹਾਂ, ਜਿਵੇਂ ਕਿ ਆਪਾਂ ਗੱਲ ਕੀਤੀ ਹੈ ਕਿ 20 ਹਰਟਜ਼ ਆਵਰਤੀ ਤੋਂ ਲੈ ਕੇ 20,000 ਹਰਟਜ਼ ਦੀ ਆਵਰਤੀ ਤੱਕ ਦੀਆਂ ਆਵਾਜ਼ਾਂ ਹੀ ਆਪਾਂ ਸੁਣ ਸਕਦੇ ਹਾਂ। ਤਾਂ ਇਹ ਜਿਹੀਆਂ ਧੁਨੀਆਂ ਨੂੰ ਕਿਸ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ? ਇਹਨੂੰ ਆਪਾਂ ਸੁਣਨਯੋਗ ਧੁਨੀ ਦੀ ਰੇਂਜ ਕਹਿ ਦਿੰਦੇ ਹਾਂ। ਤਾਂ ਆਪਸ਼ਨ ਊੜਾ ਸੁਣਨਯੋਗ ਧੁਨੀ ਸਹੀ ਹੋ ਜਾਊਗਾ ਤੁਹਾਡੇ 24ਵੇਂ ਕੁਐਸਚਨ ਦਾ। ਕੁਐਸਚਨ 25ਵਾਂ, ਅਧਿਆਪਕ ਨੇ ਇੱਕ ਪ੍ਰਸ਼ਨ ਪੁੱਛਿਆ ਤੇ ਉਹਦੇ ਪੁੱਛਣ ਤੇ ਸਾਰੇ ਵਿਦਿਆਰਥੀ ਇਕੱਠੇ ਜਵਾਬ ਦੇ ਦਿੰਦੇ ਆ, ਜੋ ਆਪਾਂ ਆਪਣੀ ਕਲਾਸ ਦੇ ਵਿੱਚ ਵੀ ਦੇਖਿਆ ਹੁੰਦਾ ਹੈ, ਜਿਸ ਕਰਕੇ ਅਧਿਆਪਕ ਨੂੰ ਗੁੱਸਾ ਆ ਜਾਂਦਾ ਹੈ। ਤਾਂ ਇਸ ਦਾ ਕਾਰਨ ਪੁੱਛਿਆ ਗਿਆ ਹੈ। ਤਾਂ ਜਦੋਂ ਸਾਰੀ ਕਲਾਸ ਦੇ ਸਾਰੇ ਬੱਚੇ ਇਕੱਠੇ ਬੋਲਣ ਲੱਗ ਜਾਣ ਤਾਂ ਉਹਨਾਂ ਦੀਆਂ ਜੋ ਸਾਊਂਡ ਵੇਵਸ ਨੇ ਉਹ ਮਿਕਸ ਹੋਣ ਲੱਗ ਜਾਂਦੀਆਂ ਨੇ ਤੇ ਇੰਨੀ ਜ਼ਿਆਦਾ ਲਾਊਡਨੈਸ ਹੋ ਜਾਂਦੀ ਹੈ ਕਿ ਜੋ ਆਵਾਜ਼ ਹੈ ਉਹ 90 ਡੈਸੀਬਲ ਤੋਂ ਜਾਂ 100 ਡੈਸੀਬਲ ਤੋਂ ਵੀ ਜ਼ਿਆਦਾ ਉੱਚੀ ਹੋ ਜਾਂਦੀ ਹੈ, ਤੇ ਇਹਦੇ ਵਿੱਚ ਇੰਨੀਆਂ ਸਾਊਂਡ ਵੇਵ ਮਿਕਸ ਹੁੰਦੀਆਂ ਕਿ ਉਸ ਨੂੰ ਕੋਈ ਵੀ ਸਮਝ ਨਹੀਂ ਪਾਊਗਾ, ਨਾ ਹੀ ਅਧਿਆਪਕ ਤੇ ਨਾ ਹੀ ਕੋਈ ਬੱਚਾ। ਤੁਹਾਨੂੰ ਯਾਦ ਹੋਵੇਗਾ ਇਸ ਨੂੰ ਆਪਾਂ ਰੌਲਾ ਜਾਂ ਸ਼ੋਰ ਕਹਿ ਦਿੰਦੇ ਹੁੰਦੇ ਆ। ਤਾਂ ਰੌਲੇ ਕਰਕੇ ਆਪਸ਼ਨ ਊੜਾ ਸਹੀ ਹੋ ਜਾਏਗਾ ਤੁਹਾਡੇ 25ਵੇਂ
क्वेश्चन ਦਾ। क्वेश्चन 26ਵਾਂ, ਵਿਕਰਮ ਨੇ ਸ਼ੋਰ ਪ੍ਰਦੂਸ਼ਣ ਪੈਦਾ ਹੋਣ ਦੇ ਕੁਝ ਕਾਰਨ ਲੱਭੇ ਹਨ, ਇਹਨਾਂ ਵਿੱਚੋਂ ਕਿਹੜਾ ਸਹੀ ਹੈ? ਨੰਬਰ 1 ਤੇ ਡੀਜੇ। ਇਹਨਾਂ ਦੇ ਮਿਊਜ਼ਿਕ ਕਰਕੇ, ਉੱਚੀ ਲਾਊਡ ਸਪੀਕਰਾਂ ਦੇ ਕਰਕੇ ਬਹੁਤ ਸ਼ੋਰ ਪੈਦਾ ਹੁੰਦਾ ਹੈਗਾ, ਜੋ ਕਿ ਵਿਆਹ ਸ਼ਾਦੀਆਂ ਦੇ ਵੇਲੇ ਨੋਟ ਕੀਤਾ ਜਾ ਸਕਦਾ ਹੈ। ਉਦਯੋਗਿਕ ਮਸ਼ੀਨਾਂ ਨੰਬਰ 2 ਦੇ ਉੱਤੇ, ਜੋ ਮਿਲਾਂ ਫੈਕਟਰੀਆਂ ਦੇ ਵਿੱਚ ਮਸ਼ੀਨਾਂ ਲੱਗੀਆਂ ਹੁੰਦੀਆਂ ਨੇ, ਉਹਨਾਂ ਮਸ਼ੀਨਾਂ ਦੀ ਆਵਾਜ਼ ਵੀ ਬਹੁਤ ਹੀ ਜ਼ਿਆਦਾ ਹੁੰਦੀ ਹੈ, ਉਹਨੂੰ ਚੱਲਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਸਾਰਿਆਂ ਦੇ ਲਈ। ਨੰਬਰ 3 ਤੇ ਆਵਾਜਾਈ ਦੇ ਵਾਹਨ, ਤਾਂ ਆਵਾਜਾਈ ਦੇ ਵਾਹਨ, ਕਾਰ, ਟਰੱਕ, ਜੋ ਵੀ ਵੱਡੇ ਵਹੀਕਲ ਨੇ, ਇਹਨਾਂ ਦੀ ਖੁਦ ਦੀਆਂ ਆਵਾਜ਼ਾਂ ਵੀ ਬਹੁਤ ਜ਼ਿਆਦਾ ਹੁੰਦੀਆਂ, ਤੇ ਜਦੋਂ ਇਹ ਹਾਰਨ ਵਰਤਦੇ ਆ ਤਾਂ ਉਹਨਾਂ ਕਰਕੇ ਹੋਰ ਵੀ ਜ਼ਿਆਦਾ ਸ਼ੋਰ ਪ੍ਰਦੂਸ਼ਣ ਹੋ ਜਾਂਦਾ ਹੈ। ਇਸ ਕਰਕੇ ਸਾਰੇ ਹੀ ਸ਼ੋਰ ਪ੍ਰਦੂਸ਼ਣ ਦਾ ਕਾਰਨ ਹੈ, ਤਾਂ ਸੱਸਾ ਆਪਸ਼ਨ ਸਹੀ ਹੋ ਜਾਏਗਾ ਤੁਹਾਡੇ 26ਵੇਂ ਕੁਐਸਚਨ ਦਾ। ਕੁਐਸਚਨ 27ਵਾਂ, ਵਿਕਰਾਂਤ ਨੇ ਵੱਖ-ਵੱਖ ਸਰੋਤਾਂ ਤੋਂ ਆ ਰਹੀਆਂ ਵੱਖ-ਵੱਖ ਪ੍ਰਬਲਤਾ ਵਾਲੀਆਂ ਧੁਨੀਆਂ ਬਾਰੇ ਅਖਬਾਰ ਵਿੱਚ ਪੜ੍ਹਿਆ। ਉਹ ਜਾਣਨਾ ਚਾਹੁੰਦਾ ਹੈ ਕਿ ਜਦੋਂ ਆਪਾਂ ਆਮ ਗੱਲਬਾਤ ਕਰ ਰਹੇ ਹੁੰਦੇ ਆ ਤਾਂ ਉਸ ਧੁਨੀ ਦੀ ਕਿੰਨੀ ਕੁ ਪ੍ਰਬਲਤਾ ਹੋਣੀ ਚਾਹੀਦੀ ਹੈ। ਤਾਂ ਆਮ ਜੋ ਦੋ ਲੋਕ ਗੱਲਬਾਤ ਕਰ ਰਹੇ ਹੁੰਦੇ ਆ, ਉਹ ਆਵਾਜ਼ ਦੀ ਜੋ ਲਾਊਡਨੈਸ ਹੈ ਉਹ 60 ਡੈਸੀਬਲ ਤੱਕ ਹੁੰਦੀ ਹੈ। ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਜਿੰਨੀ ਕੁ ਆਵਾਜ਼ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੇਰੀ ਲੱਗ ਰਹੀ ਹੈ ਉਹ 60 ਡੈਸੀਬਲ ਦੇ ਆਸ-ਪਾਸ ਹੈ, ਤੇ ਨਾਰਮਲ ਜੀ ਆਵਾਜ਼ ਹੈਗੀ। ਤਾਂ ਆਪਸ਼ਨ ਏ ਡੀ ਸਹੀ ਹੋ ਜਾਏਗਾ ਤੁਹਾਡੇ 27ਵੇਂ ਕੁਐਸਚਨ ਦਾ। ਕੁਐਸਚਨ 28ਵਾਂ, ਲਵ ਦੀ ਪ੍ਰਯੋਗੀ ਤੌਰ ਤੇ ਇੱਕ ਬਰਤਨ ਵਿੱਚੋਂ ਸਾਰੀ ਹਵਾ ਕੱਢਣ ਵਿੱਚ ਕਾਮਯਾਬ ਹੋ ਜਾਂਦਾ ਹੈ। ਤੁਹਾਡੇ ਵਿਚਾਰ ਵਿੱਚ ਉਸਨੇ ਕੀ ਪੈਦਾ ਕੀਤਾ? ਤੇ ਦੇਖੋ ਇੱਥੇ ਜਿਵੇਂ ਇਸ ਬੱਚੇ ਨੇ ਇੱਕ ਕੱਚ ਦੇ ਗਲਾਸ ਦੇ ਵਿੱਚੋਂ ਸਾਰੀ ਹਵਾ ਨੂੰ ਬਾਹਰ ਕੱਢਤਾ, ਤਾਂ ਹੁਣ ਉੱਥੇ ਕੋਈ ਵੀ ਮਾਧਿਅਮ ਨਹੀਂ ਹੈ, ਨਾ ਤਾਂ ਉੱਥੇ ਸੋਲਿਡ ਹੈ ਠੋਸ, ਨਾ ਹੀ ਉੱਥੇ ਕੋਈ ਲਿਕੁਇਡ ਹੈ, ਤੇ ਨਾ ਹੀ ਉੱਥੇ ਕੋਈ ਗੈਸ ਹੈ, ਕਿਉਂਕਿ ਗੈਸ ਨੂੰ ਵੀ ਉਸਨੇ ਬਾਹਰ ਕੱਢਤਾ। ਹੁਣ ਉੱਥੇ ਜੋ ਬਣ ਗਿਆ ਉਹਨੂੰ ਆਪਾਂ ਕਹਿੰਦੇ ਆ ਖਲਾ, ਜਾਂ ਇੰਗਲਿਸ਼ ਨੂੰ ਕਹਿੰਦੇ ਆ ਵੈਕਿਊਮ। ਤੇ ਇਸ ਖਲਾ ਵਾਲੇ ਗਲਾਸ ਵਿੱਚ ਜੇ ਫੋਨ ਰਿੰਗ ਵੀ ਕਰੂਗਾ ਤਾਂ ਰਿੰਗ ਦੀ ਆਵਾਜ਼ ਆਪਾਂ ਨੂੰ ਬਾਹਰ ਸੁਣਾਈ ਨਹੀਂ ਦੇਊਗੀ, ਕਿਉਂਕਿ ਖਲਾ ਦੇ ਵਿੱਚ ਕੋਈ ਵੀ ਮਾਧਿਅਮ ਨਹੀਂ ਹੁੰਦਾ ਤੇ ਬਿਨਾਂ ਮਾਧਿਅਮ ਤੋਂ ਸਾਊਂਡ ਨਹੀਂ ਪਾਸ ਹੁੰਦਾ। ਤਾਂ ਆਪਸ਼ਨ ਸੱਸਾ ਸਹੀ ਹੋ ਜਾਏਗਾ ਤੁਹਾਡੇ 28ਵੇਂ ਕੁਐਸਚਨ ਦਾ। ਕੁਐਸਚਨ 29ਵਾਂ, ਨੀਰਜ ਜਾਣਨਾ ਚਾਹੁੰਦਾ ਹੈ ਕਿ ਧੁਨੀ ਨੂੰ ਸੰਚਾਰ ਲਈ ਮਾਧਿਅਮ ਦੀ ਲੋੜ ਹੁੰਦੀ ਹੈ, ਤਾਂ ਹੇਠ ਲਿਖੀਆਂ ਆਪਸ਼ਨਾਂ ਵਿੱਚੋਂ ਧੁਨੀ ਕਿਸ ਮਾਧਿਅਮ ਵਿੱਚ ਸੰਚਾਰ ਨਹੀਂ ਕਰੇਗੀ? ਤਾਂ ਆਪਾਂ ਹੁਣੀ ਗੱਲ ਕੀਤੀ ਹੈ ਕਿ ਚਾਹੇ ਠੋਸ ਹੋਵੇ, ਦਰਵ ਹੋਵੇ ਜਾਂ ਗੈਸ ਹੋਵੇ, ਤਿੰਨਾਂ ਦੇ ਵਿੱਚ ਸਾਊਂਡ ਟਰੈਵਲ ਕਰੂਗੀ, ਪਰ ਜਦੋਂ ਖਲਾ ਦੀ ਗੱਲ ਆਉਂਦੀ ਹੈ, ਜਿਵੇਂ ਕਿ ਸਪੇਸ ਦੇ ਵਿੱਚ ਹੁੰਦਾ, ਉੱਥੇ ਮਾਧਿਅਮ ਹੈ ਹੀ ਨਹੀਂ, ਤਾਂ ਉੱਥੇ ਧੁਨੀ ਸੰਚਾਰ ਕਰ ਹੀ ਨਹੀਂ ਸਕਦੀ, ਉੱਥੇ ਸਾਊਂਡ ਇੱਕ ਥਾਂ ਤੋਂ ਦੂਜੀ ਥਾਂ ਤੇ ਬਿਲਕੁਲ ਵੀ ਨਹੀਂ ਪਹੁੰਚ ਸਕੇਗਾ। ਇਹੀ ਕਾਰਨ ਹੈ ਕਿ ਚੰਦ ਦੇ ਉੱਤੇ ਜਦੋਂ ਐਸਟਰੋਨੌਟ ਜਾਂਦੇ ਹੈ ਤਾਂ ਉੱਥੇ ਉਹਨਾਂ ਨੂੰ ਇੱਕ ਦੂਜੇ ਨਾਲ ਗੱਲ ਕਰਨ ਦੇ ਲਈ ਰੇਡੀਓ ਕਮਿਊਨੀਕੇਸ਼ਨ ਦੀ ਵਰਤੋਂ ਕਰਨੀ ਪੈਂਦੀ ਹੈ। ਤਾਂ ਰੇਡੀਓ ਵੇਵਸ ਦੇ ਥਰੂ ਉਹ ਇੱਕ ਦੂਜੇ ਨਾਲ ਗੱਲ ਕਰ ਸਕਦੇ ਨੇ, ਤੇ ਸਿੱਧਾ ਮਾਈਕ ਤੇ ਸਪੀਕਰ ਦੇ ਨਾਲ ਇੱਕ ਦੂਸਰੇ ਨਾਲ ਉਹ ਗੱਲ ਨਹੀਂ ਕਰ ਸਕਦੇ। ਇਸ ਕਰਕੇ ਸੱਸਾ ਆਪਸ਼ਨ ਖਲਾ ਤੁਹਾਡਾ ਸਹੀ ਆਨਸਰ ਹੋ ਜਾਏਗਾ 29ਵੇਂ ਕੁਐਸਚਨ ਦਾ। ਕੁਐਸਚਨ 30ਵਾਂ, ਮਾਧਵ ਆਪਣੀਆਂ ਉਂਗਲੀਆਂ ਸੰਗ ਉੱਤੇ ਰੱਖਦਾ ਹੈ ਤਾਂ ਇੱਕ ਸਖਤ ਉਭਾਰ ਉਸ ਨੂੰ ਮਹਿਸੂਸ ਹੁੰਦਾ ਹੈ, ਜੋ ਭੋਜਨ ਲਗਾਉਂਦੇ ਹੋਏ ਉੱਪਰ ਤੇ ਥੱਲੇ ਗਤੀ ਕਰਦਾ ਹੈ। ਇਸ ਨੂੰ ਕੀ ਕਹਿੰਦੇ ਹਨ? ਤਾਂ ਦੇਖੋ ਮਨੁੱਖੀ ਗਰਦਨ ਦੇ ਉੱਤੇ ਇਸ ਉਭਾਰ ਦੀ ਗੱਲ ਕੀਤੀ ਗਈ ਹੈ ਕਿ ਖਾਣਾ ਖਾਂਦੇ ਟਾਈਮ ਇਹ ਉੱਪਰ ਤੇ ਥੱਲੇ ਗਤੀ ਕਰਦਾ ਹੈ। ਇਹਦੇ ਉੱਤੇ ਹੱਥ ਰੱਖਦੇ ਆ ਅਗਰ ਆਪਾਂ ਬੋਲਣ ਵੇਲੇ, ਤਾਂ ਇੱਥੇ ਆਪਾਂ ਨੂੰ ਕੰਪਨ ਵੀ ਫੀਲ ਹੁੰਦਾ ਹੈਗਾ। ਤਾਂ ਇਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਵੌਇਸ ਬਾਕਸ ਕਹਿ ਦਿੰਦੇ ਆ, ਤੇ ਪੰਜਾਬੀ ਦੇ ਵਿੱਚ ਇਸ ਨੂੰ ਵਾਕ ਤੰਤਰ ਦਾ ਨਾਮ ਵੀ ਦਿੱਤਾ ਗਿਆ ਹੈਗਾ। ਇਸ ਨੂੰ ਆਪਾਂ ਅੰਦਰੋਂ ਦੇਖ ਚੁੱਕੇ ਹਾਂ ਕਿ ਇਸ ਤਰ੍ਹਾਂ ਨਾਲ ਦਿਖਾਈ ਦਿੰਦਾ, ਤੇ ਵਾਕ ਤੰਤਰ ਦੇ ਦੋ ਹਿੱਸੇ ਹੁੰਦੇ ਹੈਗੇ, ਜਿਨ੍ਹਾਂ ਦੇ ਵਿੱਚ ਦੀ ਜੋ ਸਲਿੱਟ ਬਣੀ ਹੋਈ ਹੈ, ਖਾਲੀ ਥਾਂ ਹੈ, ਉੱਥੋਂ ਦੀ ਹਵਾ ਪਾਸ ਹੁੰਦੀ ਹੈ ਤੇ ਇਹ ਕੰਪਨ ਕਰਦੇ ਆ, ਤੇ ਇਹਨਾਂ ਦਾ ਹੀ ਉਭਾਰ ਹੈ ਜੋ ਆਪਾਂ ਨੂੰ ਬਾਹਰਲੇ ਪਾਸੇ ਗਲੇ ਦੇ ਫੀਲ ਹੁੰਦਾ ਹੈਗਾ। ਲੜਕਿਆਂ ਦੇ ਵਿੱਚ ਇਹ ਉਭਾਰ ਥੋੜਾ ਜ਼ਿਆਦਾ ਹੁੰਦਾ ਲੜਕੀਆਂ ਨਾਲੋਂ, ਇਸ ਕਰਕੇ ਲੜਕਿਆਂ ਦੀ ਆਵਾਜ਼ ਲੜਕੀਆਂ ਨਾਲੋਂ ਥੋੜੀ ਜਿਹੀ ਭਾਰੀ ਹੁੰਦੀ ਹੈ। ਤਾਂ ਆਪਸ਼ਨ ਊੜਾ ਵਾਕ ਤੰਤਰ ਜਾਂ ਕੰਠ ਕਹਾਂਗੇ ਕੁਐਸਚਨ 30ਵੇਂ ਦੇ ਆਨਸਰ ਨੂੰ। ਕੁਐਸਚਨ 31ਵਾਂ, ਹੇਠ ਲਿਖਿਆਂ ਵਿੱਚੋਂ ਕਿਸ ਆਵਾਜ਼ ਦੀ ਵਾਕ ਧੁਨੀ ਦੀ ਆਵਰਤੀ ਘੱਟੋ ਘੱਟ ਹੋਣ ਦੀ ਸੰਭਾਵਨਾ ਹੈ? ਤਾਂ ਜਿਹੜੀ ਆਵਰਤੀ ਜਾਂ ਫਿਰ ਜਿਹੜੀ ਫ੍ਰੀਕੁਐਂਸੀ ਸਭ ਤੋਂ ਘੱਟ ਹੋਊਗੀ ਉਹ ਆਵਾਜ਼ ਉਨੀ ਹੀ ਆਪਾਂ ਨੂੰ ਭਾਰੀ ਸੁਣਾਈ ਦੇਊਗੀ, ਤੇ ਜਿਸ ਦੀ ਫ੍ਰੀਕੁਐਂਸੀ ਸਭ ਤੋਂ ਜ਼ਿਆਦਾ ਹੋਊਗੀ ਉਹ ਆਵਾਜ਼ ਆਪਾਂ ਨੂੰ ਉਨੀ ਹੀ ਤਿੱਖੀ ਸੁਣਾਈ ਦੇਊਗੀ। ਇੱਥੇ ਘੱਟ ਪੁੱਛਿਆ ਗਿਆ, ਮਤਲਬ ਆਵਾਜ਼ ਭਾਰੀ ਦੀ ਗੱਲ ਕੀਤੀ ਗਈ ਹੈ। ਤਾਂ ਔਰਤ, ਲੜਕਾ, ਲੜਕੀ ਤੇ ਆਦਮੀ, ਇਹਨਾਂ ਚਾਰਾਂ ਦੇ ਵਿੱਚੋਂ ਇੱਕ ਆਦਮੀ ਦੀ ਆਵਾਜ਼ ਹੈ ਜੋ ਉਹ ਸਭ ਤੋਂ ਭਾਰੀ ਹੋਊਗੀ, ਤੇ ਇੱਕ ਛੋਟੀ ਲੜਕੀ ਦੀ ਆਵਾਜ਼ ਹੈ ਜੋ ਸਭ ਤੋਂ ਤਿੱਖੀ ਹੋਊਗੀ। ਇਸ ਕਰਕੇ ਛੋਟੀ ਲੜਕੀ ਦੀ ਆਵਾਜ਼ ਸਭ ਤੋਂ ਜ਼ਿਆਦਾ ਹਾਈ ਫ੍ਰੀਕੁਐਂਸੀ ਦੀ ਹੋਊ, ਤੇ ਆਦਮੀ ਦੀ ਆਵਾਜ਼ ਦੀ ਆਵਰਤੀ ਹੈ ਜੋ ਉਹ ਸਭ ਤੋਂ ਘੱਟ ਹੋਊਗੀ। ਇਸ ਕਰਕੇ ਆਪਸ਼ਨ ਆੜਾ ਸਹੀ ਹੋ ਜਾਏਗਾ ਤੁਹਾਡੇ 31ਵੇਂ ਕੁਐਸਚਨ ਦਾ। ਕੁਐਸਚਨ 32ਵਾਂ, ਇੱਕ ਪੈਂਡੂਲਮ 4 ਸਕਿੰਟ ਦੇ ਵਿੱਚ 40 ਵਾਰ ਡੋਲਣ ਕਰਦਾ ਹੈ, ਇਹਦੀ ਆਵਰਤੀ ਕੀ ਹੋਵੇਗੀ? ਮਤਲਬ ਇਸ ਦੀ ਫ੍ਰੀਕੁਐਂਸੀ ਪੁੱਛੀ ਗਈ ਹੈਗੀ। ਪੈਂਡੂਲਮ ਦੇ ਜੋ ਡੋਲਣਾ ਦੀ ਗਿਣਤੀ ਹੈ ਉਹ ਆਪਾਂ ਨੂੰ ਦਿੱਤੀ ਹੋਈ ਹੈ 40, ਸਮਾਂ ਵੀ ਆਪਾਂ ਨੂੰ ਦਿੱਤਾ ਹੋਇਆ ਹੈਗਾ 4 ਸੈਕਿੰਡ, ਤੇ ਆਵਰਤੀ ਕੈਲਕੂਲੇਟ ਕਰਨ ਦੇ ਲਈ ਜੋ ਫਾਰਮੂਲਾ ਹੈਗਾ ਉਹ ਹੈ ਡੋਲਣ ਵਟਾ ਸਮਾਂ। ਤਾਂ ਇੱਥੇ ਡੋਲਣਾ ਦੀ ਗਿਣਤੀ ਆਪਣੇ ਕੋਲ ਹੈਗੀ ਹੈ 40, ਤੇ ਸਮਾਂ ਆਪਾਂ ਨੂੰ ਦਿੱਤਾ ਹੋਇਆ 4, ਇਹਨੂੰ 4 ਦੇ ਪਹਾੜੇ ਤੇ ਕੱਟਾਂਗੇ ਤਾਂ ਆਨਸਰ ਆਊਗਾ 10। ਆਵਰਤੀ ਹੁੰਦੀ ਹੈ ਹਰਟਸ ਦੇ ਵਿੱਚ, ਤਾਂ ਇਹਦਾ ਯੂਨਿਟ ਹੋਊਗਾ ਹਰਟਸ। ਤਾਂ ਤੁਹਾਡੇ ਕੋਲ ਆਵਰਤੀ ਆ ਰਹੀ ਹੈ ਇਸ ਪੈਂਡੂਲਮ ਦੀ 10 ਹਰਟਸ। ਇਸ ਕਰਕੇ ਆਪਸ਼ਨ ਊੜਾ 10 ਹਰਟਸ ਤੁਹਾਡੇ ਲਈ ਸਹੀ ਹੋ ਜਾਊਗਾ 32ਵੇਂ ਤੇ ਲਾਸਟ ਕੁਐਸਚਨ ਦਾ। ਇਸ ਨਾਲ ਹੀ ਆਪਣੀ ਇਹ ਸ਼ੀਟ ਕੰਪਲੀਟ ਹੁੰਦੀ ਹੈ। ਜੇ ਵੀਡੀਓ ਤੁਹਾਨੂੰ ਹੈਲਪਫੁਲ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ, ਸਾਡੇ ਨਾਲ ਜੁੜੇ ਰਹਿਣ ਦੇ ਲਈ ਸਬਸਕ੍ਰਾਈਬ ਜ਼ਰੂਰ ਕਰੋ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਤਰ੍ਹਾਂ ਦੀਆਂ ਕੁਝ ਹੋਰ ਵੀਡੀਓਜ਼ ਤੁਹਾਡੇ ਸਾਹਮਣੇ ਲਿਆ ਸਕੀਏ। ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ। ਤੁਹਾਡਾ ਸਮਾਂ ਦੇਣ ਦੇ ਲਈ ਧੰਨਵਾਦ।